हेलो दोस्तों, वेलकम टू सिद्धि पंजाब। तो आज ਆਪਾਂ ਇਸ ਵੀਡੀਓ ਵਿੱਚ ਵੀ ਆਰ ਗੋਇੰਗ ਟੂ ਡਿਸਕਸ ਦੀ ਕਰੰਟ ਅਫੇਅਰਸ ਦੈਟ ਆਰ ਰੈਲੇਵੈਂਟ ਫਰੋਮ 27th ਐਂਡ 28th ਜੂਨ। ਜਿਹੜੇ ਵੀ ਤੁਹਾਡੇ ਸਿਵਲ ਸਰਵਿਸਿਜ਼ ਦੇ ਐਗਜ਼ਾਮ ਵਿੱਚ ਇੰਪੋਰਟੈਂਟ ਕਰੰਟ ਅਫੇਅਰਸ ਆਣਗੇ ਉਹ ਸਾਰੇ ਅੱਜ ਆਪਾਂ ਡਿਸਕਸ ਕਰਾਂਗੇ। ਅੱਗੇ ਵਧਣ ਤੋਂ ਪਹਿਲਾਂ ਮੈਂ ਅਗੇਨ ਇਨਫੋਰਮ ਕਰ ਦੇਣਾ ਚਾਹਨੀ ਹਾਂ that we have started this mentorship program that will be spearheaded by me, that is Snigdha Singla, Punjab PCS rank 19। ਸੋ ਇਹ ਪ੍ਰੋਗਰਾਮ ਵਿੱਚ ਹੈ ਕਿਆ ਐਗਜ਼ੈਕਟਲੀ, ਬੱਚਿਆਂ ਨੂੰ ਕਾਫੀ ਕਨਫਿਊਜ਼ਨ ਚੱਲ ਰਹੀ ਹੈ ਤਾਂ ਮੈਂ ਹਜੇ ਵੀ ਅਗੇਨ ਆਈਲ ਰਿਪੀਟ ਦੈਟ। ਦੇਖੋ, ਤੁਸੀਂ ਤਿਆਰੀ ਕਰਦੇ ਹੋ, ਕਈ ਬੱਚੇ ਜੀਐਸ ਕੋਚਿੰਗ ਲੈਂਦੇ ਨੇ, ਕਈ ਬੱਚੇ ਸੈਲਫ ਸਟੱਡੀ ਪ੍ਰੈਫਰ ਕਰਦੇ ਨੇ, ਰਾਈਟ। ਦੋਨੋਂ ਹੀ ਟਾਈਪ ਦੇ ਬੱਚਿਆਂ ਨੂੰ ਕਾਫੀ ਸਾਰੇ ਚੈਲੰਜਸ ਆਉਂਦੇ ਆ ਡਿਊਰਿੰਗ देयर ਪ੍ਰੈਪਰੇਸ਼ਨ, ਸਟਾਰਟਿੰਗ ਫਰੋਮ ਸਿਲੇਬਸ। ਬੱਚਿਆਂ ਨੂੰ ਨਹੀਂ ਪਤਾ ਹੁੰਦਾ ਐਗਜ਼ਾਮ ਦਾ ਐਗਜ਼ੈਕਟਲੀ ਡਿਟੇਲਡ ਸਿਲੇਬਸ, ਤੇ ਸਿਲੇਬਸ ਨੂੰ ਯੂਟਿਲਾਈਜ਼ ਕਿਵੇਂ ਕਰਨਾ ਹੈ ਬੇਸਿਕਲੀ ਉਹ ਨਹੀਂ ਪਤਾ ਹੁੰਦਾ। ਬੁੱਕ ਲਿਸਟ, ਕਿਹੜੀ ਬੁੱਕ ਲਿਸਟ ਲਿੱਤੀ ਜਾ ਸਕਦੀ ਹੈ ਆਪਦੇ ਕੰਫਰਟ ਦੇ ਅਕੋਰਡਿੰਗ, ਕਿਹੜੀ ਬੁੱਕਸ ਨੂੰ ਮੋਡੀਫਾਈ ਕੀਤਾ ਜਾ ਸਕਦਾ ਹੈ। ਅਗਰ ਬੁੱਕਸ ਅਸੀਂ ਪੜ੍ਹ ਰਹੇ ਹਾਂ, ਲੈਟਸ ਸੇ ਅਸੀਂ ਹਿਸਟਰੀ ਲਈ ਸਪੈਕਟਰਮ ਪੜ੍ਹ ਰਹੇ ਹਾਂ, ਤਾਂ ਉਹ ਸਪੈਕਟਰਮ ਨੂੰ ਪੜ੍ਹਨਾ ਕਿਸ ਤਰੀਕੇ ਨਾਲ ਹੈ, ਉਸ ਚੋਂ ਨੋਟਸ ਕਿਵੇਂ ਬਣਾਉਣੇ ਨੇ, ਉਹਨੂੰ ਰੀਡ ਕਿਵੇਂ ਕਰਨਾ ਹੈ ਰਿਪੀਟਡਲੀ ਅਗੇਨ ਐਂਡ ਅਗੇਨ, ਸ਼ਾਰਟ ਨੋਟਸ ਕਿਵੇਂ ਬਣਾਉਣੇ ਨੇ, ਟੇਬਲਸ ਵਗੈਰਾ ਕਿਵੇਂ ਬਣਾਉਣੇ ਨੇ, ਤਾਂ ਕਿ ਉਹਨੂੰ ਤੁਸੀਂ ਆਪਦੇ ਮੇਨਸ ਤੇ ਪ੍ਰੀਲਿਮਸ ਦੇ ਐਗਜ਼ਾਮ ਦੋਨਾਂ ਵਿੱਚ ਯੂਜ਼ ਕਰ ਸਕੋ, ਰਾਈਟ। ਉਸ ਤੋਂ ਬਾਅਦ ਨਿਊਜ਼ਪੇਪਰ ਜਾਂ ਕਰੰਟ ਅਫੇਅਰਸ ਆਪਾਂ ਐਗਜ਼ਾਮ ਲਈ ਆਪਣੇ ਇੰਪੋਰਟੈਂਟ ਹੁੰਦੇ ਨੇ। ਇਹਨਾਂ ਨੂੰ ਪੜ੍ਹਨਾ ਕਿਉਂ ਇੰਪੋਰਟੈਂਟ ਹੈ ਤੇ ਇਹ ਕਿੱਥੋਂ ਪੜ੍ਹੇ ਜਾ ਸਕਦੇ ਹੈ, ਐਂਡ ਅਗੇਨ ਰੀਡ ਕਿਵੇਂ ਕਰਨਾ ਹੈ, ਨੋਟਸ ਕਿਵੇਂ ਬਣਾਉਣੇ ਨੇ, ਤਾਂ ਕਿ ਉਹਨਾਂ ਨੂੰ ਆਪਾਂ ਐਕਚੁਅਲ ਪੇਪਰ ਵਿੱਚ ਯੂਟਿਲਾਈਜ਼ ਕਰ ਸਕੀਏ, ਰਾਈਟ। ਅਸੀਂ ਹੁਣ ਕੀ ਕਰਦੇ ਹਾਂ, ਪੜ੍ਹਦੇ ਰਹਿੰਦੇ ਹਾਂ, ਅੰਡਰਲਾਈਨਿੰਗ ਕਰਦੇ ਰਹਿੰਦੇ ਹਾਂ, ਹਾਈਲਾਈਟਿੰਗ ਕਰਦੇ ਰਹਿੰਦੇ ਹਾਂ, ਕੁਝ ਦਿਮਾਗ ਵਿੱਚ ਜਾ ਰਿਹਾ ਹੈ, ਅਸੀਂ ਕੁਝ ਗੇਨ ਕਰ ਪਾ ਰਹੇ ਹਾਂ, ਇਸ ਚੀਜ਼ ਦਾ ਸਾਨੂੰ ਕੋਈ ਆਈਡੀਆ ਨਹੀਂ ਰਹਿੰਦਾ ਹੈ, ਰਾਈਟ। ਸੋ ਇਸ ਤਰੀਕੇ ਦੇ ਕਾਫੀ ਇਸ਼ੂਜ਼ ਜਿਹੜੇ ਆ ਬੱਚੇ ਫੇਸ ਕਰਦੇ ਨੇ, ਜਿਹਦੇ ਕਰਕੇ ਹੀ ਉਹ ਅਗੇਨ ਐਂਡ ਅਗੇਨ ਐਗਜ਼ਾਮ ਵਿੱਚ ਫੇਲ ਹੁੰਦੇ ਰਹਿੰਦੇ ਨੇ। ਦੇ ਆਰ ਨਾਟ ਏਬਲ ਟੂ ਪ੍ਰੋਡਿਊਸ ਰਿਜ਼ਲਟਸ ਬਿਕੋਜ਼ ਤਰੀਕਾ ਕਰਨਾ ਕੈਸੇ ਹੈ ਉਹ ਤਰੀਕਾ ਕਿਸੇ ਨੂੰ ਸਹੀ ਨਹੀਂ ਪਤਾ ਹੁੰਦਾ ਹੈ। ਦੈਟ ਇਜ਼ ਵਾਈ ਦਾ ਫੇਲੀਅਰ ਰੇਟ ਇਜ਼ ਸੋ ਹਾਈ। ਤਾਂ ਅਸੀਂ ਦੁਬਾਰਾ ਫੇਲ ਹੋ ਕੇ ਗਲਤੀਆਂ ਤੋਂ ਸਿੱਖਦੇ ਹਾਂ, ਐਂਡ ਦੈਨ we try to again start afresh with a new attempt. So why waste so many years in giving attempt after attempt? Rather you can learn from the people who have already done this, right? So that is why we are there with you to provide you that guidance। ਜਿਵੇਂ ਮੈਂ ਕੱਲ ਹੀ ਇੱਕ ਬੱਚੇ ਨੂੰ ਐਗਜ਼ਾਮਪਲ ਦੇ ਰਹੀ ਸੀ, ਦੇਖੋ ਬਹੁਤ ਸਾਰੇ ਲੋਕੀ ਜਿਮ ਜਾਂਦੇ ਨੇ ਬੋਡੀ ਬਣਾਉਣ ਲਈ, ਬਹੁਤ ਸਾਰੇ ਲੋਕੀ ਪ੍ਰੋਟੀਨ ਸ਼ੇਕ ਵੀ ਖਾਂਦੇ ਨੇ ਜਾਂ ਇਹੋ ਜਿਹਾ ਬਹੁਤ ਕੁਝ ਕਰਦੇ ਨੇ, ਬਟ ਡੂ एवरीवन ਗੈਟਸ ਦੀ ਬੋਡੀ, already everyone gets the shape of the body? No। ਪੀਪਲ ਵਿਦ ਅ ਪਰਟੀਕੂਲਰ ਜਿਮ ਟ੍ਰੇਨਰ ਜਿਵੇਂ ਕਹਿੰਦੇ ਆਪਾਂ, ਜਾਂ ਪਰਸਨਲ ਟ੍ਰੇਨਰ ਜਿਹੜਾ ਅਗਰ ਹੁੰਦਾ ਹੈ, those are the people who are definitely getting some shape of the body, some direction they are giving to their body, right? That is the similar thing we are trying to do here। ਤੁਸੀਂ YouTube ਤੇ ਬਹੁਤ ਸਾਰੀ ਵੀਡੀਓਜ਼ ਦੇਖ ਰਹੇ ਹੋ, you might feel ਕਿ ਅਸੀਂ ਇਹ ਸਭ ਕੁਝ YouTube ਤੋਂ ਲੈ ਸਕਦੇ ਹਾਂ, ਬਟ ਐਕਚੁਅਲੀ ਤੁਸੀਂ ਉਹ ਕਰ ਪਾਉਂਦੇ ਹੋ ਕਿ ਨਹੀਂ? ਤੁਸੀਂ ਦਿਨ ਰਾਤ ਸੁਣਦੇ ਤਾਂ ਰਹੋਗੇ, ਬਟ ਤੁਹਾਨੂੰ ਸਮਝ ਆ ਰਿਹਾ ਹੈ ਤੁਹਾਡੀ ਨੀਡ ਦੇ ਅਕੋਰਡਿੰਗ ਕਿਆ ਕਰਨਾ ਜ਼ਰੂਰੀ ਹੈ? ਤੁਹਾਡੀ ਜ਼ਰੂਰਤ ਦੇ ਅਕੋਰਡਿੰਗ ਤੁਸੀਂ ਵਰਕਿੰਗ ਹੋ, ਤੁਸੀਂ ਨਾਨ ਵਰਕਿੰਗ ਹੋ, ਤੁਸੀਂ ਕਾਲਜ ਗੋਇੰਗ ਸਟੂਡੈਂਟ ਹੋ, ਤੁਸੀਂ ਸਕੂਲ ਗੋਇੰਗ ਸਟੂਡੈਂਟ ਹੋ, ਤੁਸੀਂ ਕੋਈ ਚੀਜ਼ ਵਿੱਚ ਇਸ਼ੂ ਫੇਸ ਕਰ ਰਹੇ ਹੋ, ਉਹਨੂੰ ਕਿਵੇਂ ਓਵਰਕਮ ਕੀਤਾ ਜਾ ਸਕਦਾ ਹੈ? ਤੁਹਾਡੀ ਮੋਟੀਵੇਸ਼ਨ ਲੋ ਰਹਿੰਦੀ ਹੈ, ਉਹਨੂੰ ਕਿਵੇਂ ਅਪ ਕੀਤਾ ਜਾ ਸਕਦਾ ਹੈ? ਤੁਹਾਡੀ ਹੈਲਥ ਕੰਡੀਸ਼ਨਸ ਲੋ ਰਹਿੰਦੀਆਂ ਹੈ, ਉਹਨਾਂ ਨੂੰ ਕਿਵੇਂ ਮੈਨੇਜ ਕੀਤਾ ਜਾ ਸਕਦਾ ਹੈ? all of that will be discussed by us in this program, will be handled by us through this program। that is why this program is very crucial for you। otherwise ਐਵੇਂ ਤਾਂ ਤੁਸੀਂ ਜਗ੍ਹਾ ਜਗ੍ਹਾ ਤੇ ਨੁਸਖੇ ਜਿਵੇਂ ਆਪਾਂ ਕਹਿੰਦੇ ਆ ਪੜ੍ਹ ਸਕਦੇ ਹੋ, ਬਟ ਐਕਚੁਅਲ ਜਿਹੜਾ ਇਲਾਜ ਹੈ, ਜਿਹੜਾ ਐਕਚੁਅਲ ਰਿਜ਼ਲਟ ਹੈ, ਉਹ ਤਾਂ ਇਹਨਾਂ ਨੂੰ ਹੀ ਮਿਲਣਾ ਹੈ ਜਿਨ੍ਹਾਂ ਨੇ ਇੱਕ ਪਰਸਨਲ ਟ੍ਰੇਨਰ, ਪਰਸਨਲ ਮੈਂਟਰ ਰੱਖਿਆ ਹੋਇਆ ਹੈ ਟੂ ਲੁੱਕ ਇਨਟੂ देयर ਪਰਫਾਰਮੈਂਸ, ਟੂ ਇਵੈਲੂਏਟ देयर ਪਰਫਾਰਮੈਂਸ। ਠੀਕ ਹੈ, ਇਸ 'ਚ ਸਿਰਫ ਅਸੀਂ ਦੱਸਾਂਗੇ ਹੀ ਨਹੀਂ ਕਿ ਕਿਵੇਂ ਕਰਨਾ ਹੈ, ਵੀ ਵਿਲ ਬੀ ਇਵੈਲੂਏਟਿੰਗ ਆਲਸੋ ਯੋਰ ਪਰਫਾਰਮੈਂਸ, ਕਿ ਜਿਹੜਾ ਦੱਸਿਆ ਜਾ ਰਿਹਾ ਹੈ, ਜਿਹੜਾ ਤੁਸੀਂ ਜਗ੍ਹਾ ਜਗ੍ਹਾ ਤੋਂ ਸੁਣ ਰਹੇ ਹੋ, ਉਹ ਰਾਈਟ ਵੇ ਨੂੰ ਤੁਸੀਂ ਐਕਚੁਅਲੀ ਇੰਪਲੀਮੈਂਟ ਰਾਈਟ ਵੇ ਵਿੱਚ ਕਰ ਰਹੇ ਹੋ ਕਿ ਨਹੀਂ, right? So that personal assessment part is the prime important crucial part of this program that will help you get the result that you are desiring for, right? So do not think much, as I am saying that again and again,
invest in your future, get enrolled into this program, and put your preparation on the right track. Avoid that vicious cycle of failure, failure, failure. Right? So come out of that and join the program now. You will get the link in the description box. If you have any queries, any issues with regard to this program or any other courses that we are running, we have different programs for you, test series, GS courses, and all. So you can contact us at this number. Right? I hope it is clear now. Now let's see today's discussion. ਇਹ ਤਿੰਨ ਇੰਪੋਰਟੈਂਟ ਟੌਪਿਕਸ ਹੈ ਜਿਹੜੇ ਆਪਾਂ ਡਿਸਕਸ ਕਰਾਂਗੇ। ਕੁਝ ਜ਼ਿਆਦਾ ਖਾਸ ਨਹੀਂ ਹੈ, ਮੋਸਟਲੀ ਇਹ ਸਟੈਟਿਕ ਦਾ ਪਾਰਟ ਹੀ ਹੈ, ਬਟ ਜੋ ਵੀ ਕਰੰਟ 'ਚ ਆਇਆ ਹੈ ਉਹ ਆਪਾਂ ਡਿਸਕਸ ਕਰਾਂਗੇ। ਸਭ ਤੋਂ ਪਹਿਲਾਂ ਇੰਡੀਆ ਇਜਿਪਟ ਦੇ ਬਾਇਲੇਟਰਲ ਟਾਈਜ਼, ਬਿਕੋਜ਼ ਪ੍ਰਾਈਮ ਮਿਨਿਸਟਰ ਮੋਦੀ ਇਜ਼ ਔਨ ਵਿਜ਼ਿਟ ਟੂ ਇਜਿਪਟ, ਸੋ ਟਾਈਜ਼ ਇੰਪੋਰਟੈਂਟ ਬਣ ਜਾਂਦੇ ਨੇ, ਸਪੈਸ਼ਲੀ ਸਟ੍ਰੈਟੇਜਿਕ ਪਾਰਟਨਰਸ਼ਿਪ ਤੇ ਅਪਗ੍ਰੇਡ ਹੋ ਗਈ ਹੈ ਟਾਈਜ਼। ਸੋ ਅਗੇਨ ਦਿਸ ਇਜ਼ ਇੰਪੋਰਟੈਂਟ, ਕੈਨ ਬੀ ਆਸਕਡ, ਆਲਦੋ ਲੈਸ ਪੋਸੀਬਿਲਿਟੀ ਹੈ, ਇੰਨਾ ਇੰਪੋਰਟੈਂਟ ਨਹੀਂ ਹੋ ਸਕਦਾ, ਬਟ ਰੀਜਨਲ ਬੇਸਿਸ ਤੇ ਆ ਸਕਦਾ ਹੈ ਸਿੱਧਾ, ਫਿਰ ਇਸੇ ਲਈ ਸਟਿਲ ਥੋੜਾ ਬਹੁਤ ਪਤਾ ਹੋਣਾ ਚਾਹੀਦਾ ਹੈ ਆਪਾਂ ਨੂੰ। ਉਸ ਤੋਂ ਬਾਅਦ ਕੇਰਲਾ ਬੇਸਡ ਸਟਾਰਟਅਪ ई-व्हीकल्स बहुत ज़्यादा ज़रूरी है, इसलिए न्यूज़ इंक्लूड की गई है। Then India in bilateral talks with Brazil to resolve sugar dispute at WTO. WTO ਜਿਹੜਾ ਹੈ ਉਹ ਬਹੁਤ ਹੀ ਇੰਪੋਰਟੈਂਟ ਇੰਟਰਨੈਸ਼ਨਲ ਆਰਗੇਨਾਈਜੇਸ਼ਨ ਹੈ, ਪ੍ਰੀ ਲਈ ਮੇਨਸ ਲਈ। ਇਹਦੀ different subsidies, different agreements, ਇਹਦੀ formation, ਇਹਦਾ structure, everything is very important for your all the levels of the examination, ਤਾਂ ਇਹ ਡਿਟੇਲ ਚ ਕਰਨਾ ਜ਼ਰੂਰੀ ਹੈ। ਨਿਊਜ਼ ਵੀ ਜਿਹੜੀ ਆਈ ਹੈ ਉਹ ਵੀ ਆਪਣੇ ਲਈ ਇੰਪੋਰਟੈਂਟ ਹੈ, ਬਾਇਲੇਟਰਲ ਪਰਸਪੈਕਟਿਵ ਲਈ, ਇੰਟਰਨੈਸ਼ਨਲ ਪਰਸਪੈਕਟਿਵ ਤੋਂ ਵੀ, ਤਾਂ ਇਹਦੀਆਂ ਵੀ ਥੋੜੀ ਡਿਟੇਲਸ ਆਪਾਂ ਡਿਸਕਸ ਕਰਾਂਗੇ। So let's begin with the first topic, India Egypt ties. You can see in the picture Indian Prime Minister, Egyptian Prime Minister sitting in front of the one of the wonders of the world, that is these pyramids of Egypt. ठीक है जी, this picture signifies the importance that the two countries, the two nations, they are laying to each other's relations, right? ਹੁਣ ਥੋੜਾ ਜਿਹਾ ਬਾਇਲੇਟਰਲ ਟਾਈਸ ਤੇ ਜਿਹੜੇ ਪੁਆਇੰਟ ਆਏ ਆ ਉਹ ਡਿਸਕਸ ਕਰ ਲੈਣੇ ਹੈ। ਇਫ ਯੂ ਟ੍ਰੇਸ ਦ ਹਿਸਟਰੀ ਆਫ ਇੰਡੀਆ ਇਜਿਪਟ ਟਾਈਜ਼, ਯੂ ਵਿਲ ਸੀ ਕਿ ਪੁਰਾਣੇ ਜ਼ਮਾਨੇ ਤੋਂ ਹੀ ਸਾਡੇ ਕੰਟੈਕਟਸ ਰਹੇ ਹੈ। ਅਗਰ ਤੁਸੀਂ ਐਂਸ਼ੀਐਂਟ ਸਿਵਲਾਈਜੇਸ਼ਨ ਦੀ ਹੀ ਗੱਲ ਕਰੋ, ਇਵਨ ਇੰਡਸ ਵੈਲੀ ਸਿਵਲਾਈਜੇਸ਼ਨ ਦੇ ਆਪਾਂ ਕੁਝ ਪ੍ਰੂਫਸ, ਕੁਝ ਐਵੀਡੈਂਸਿਸ ਪਾਏ ਗਏ ਨੇ ਕਿ ਲੋਥਲ ਤੋਂ ਲੈ ਕੇ ਜਿਹੜਾ ਟ੍ਰੇਡ ਹੈ ਇਸ ਏਰੀਆ ਤੱਕ, ਗਲਫ ਤੱਕ, ਹੌਰਨ ਆਫ ਅਫਰੀਕਾ ਤੱਕ ਪਹੁੰਚਦਾ ਸੀ। Right, so since ancient times we have those trade ties with Egypt. अगर तुसी modern times च देखो ਤਾਂ British ਦੇ under specially Indian forces, Indian soldiers ਨੇ they fought in the World War I in the areas of Egypt and also to protect Egypt and Aden from the invading nations. ਠੀਕ ਹੈ ਜੀ, ਤਾਂ ਇਸੇ ਲਈ ਤੁਸੀਂ ਦੇਖੋ ਇੱਥੇ ਸਿਮੈਟਰੀ ਵੀ ਹੈ ਟੂ ਪੇ ਟ੍ਰਿਬਿਊਟ ਇੰਡੀਅਨ ਸੋਲਜਰਸ ਦੀ ਯਾਦ ਵਿੱਚ, ਜਿਹੜੇ ਲੋਕ ਇੰਡੀਅਨ ਸੋਲਜਰਸ ਨੇ ਆਪਦੀ ਜਾਨ ਗਵਾਈ ਸੀ, ਸੈਕਰੀਫਾਈਸ ਕੀਤੀ ਸੀ, ਉਹਨਾਂ ਦੀ ਯਾਦ ਵਿੱਚ ਇੱਥੇ ਇਜਿਪਟ ਵਿੱਚ ਸਿਮੈਟਰੀ ਵੀ ਹੈ ਜਿੱਥੇ ਪ੍ਰਾਈਮ ਮਿਨਿਸਟਰ ਮੋਦੀ ਨੇ ਵਿਜ਼ਿਟ ਵੀ ਪੇ ਕੀਤੀ। right, that is one aspect of the relationship, right? Recent development ਅਗਰ ਤੁਸੀਂ ਦੇਖੋ ਤਾਂ ਹੈ ਕਿ ਰਿਲੇਸ਼ਨਸ਼ਿਪ ਨੂੰ ਸਟ੍ਰੈਟੇਜਿਕ ਪਾਰਟਨਰਸ਼ਿਪ ਤੇ, ਬਾਇਲੇਟਰਲ ਟਾਈਜ਼ ਨੂੰ ਸਟ੍ਰੈਟੇਜਿਕ ਪਾਰਟਨਰਸ਼ਿਪ ਦੇ ਲੈਵਲ ਤੇ ਰਾਈਜ਼ ਕਰ ਦਿੱਤਾ ਗਿਆ ਹੈ। ਹੁਣ ਦੇਖੋ ਸਟ੍ਰੈਟੇਜਿਕ ਪਾਰਟਨਰਸ਼ਿਪ ਨੂੰ ਤੁਸੀਂ ਡਿਫਰੈਂਟ ਵੇਸ 'ਚ ਸਮਝ ਸਕਦੇ ਹੋ। ਦੇਖੋ ਜਦੋਂ ਕਨਸੈਪਟ ਸ਼ੁਰੂ ਹੋਇਆ ਸੀ ਸਟ੍ਰੈਟੇਜਿਕ ਪਾਰਟਨਰਸ਼ਿਪ ਦਾ, ਉਦੋਂ ਇਹਦਾ ਮਤਲਬ ਇਹ ਸੀ ਕਿ ਇੱਕ ਕੰਟਰੀ ਜਿਹੜੀ ਹੈ ਤੁਹਾਡੇ ਇੰਟਰਸਟ ਲਈ ਕਾਫੀ ਜ਼ਿਆਦਾ ਇੰਪੋਰਟੈਂਟ ਹੈ, ਇਹ ਸਮਝ ਸਕਦੇ ਹੋ। ਇੰਟਰਸਟ ਲਈ ਕਾਫੀ ਜ਼ਿਆਦਾ ਇੰਪੋਰਟੈਂਟ ਹੈ, ਇਸੇ ਲਈ ਆਪਾਂ ਨੂੰ ਉਹਨੂੰ ਸਟ੍ਰੈਟੇਜਿਕ ਪਾਰਟਨਰਸ਼ਿਪ ਦਾ ਨਾਮ ਦਿੱਤਾ ਹੈ। ਜਿਵੇਂ ਤੁਸੀਂ ਦੇਖੋ ਇੰਡੀਆ ਤੇ ਯੂਐਸ ਇੱਕ ਸਟ੍ਰੈਟੇਜਿਕ ਪਾਰਟਨਰਸ਼ਿਪ ਹੈ। ਵਾਈ? ਬਿਕੋਜ਼ ਬੋਥ ਦੋਨਾਂ ਦੇ ਇੰਟਰਸਟ ਜਿਹੜੇ ਹੈ ਉਹ ਕਨਵਰਜ ਕਰ ਰਹੇ ਹੈ, ਇੰਟਰਸਟ ਕਨਵਰਜਿੰਗ, ਰਾਈਟ? ਦੋਨਾਂ ਦੇ ਲਈ ਹੀ ਚਾਈਨਾ ਇੱਕ ਬਹੁਤ ਵੱਡਾ ਥ੍ਰੈਟ ਹੈ। ਚਾਈਨਾ ਇਜ਼ ਅ ਕਾਮਨ ਥ੍ਰੈਟ ਫॉर USA ਐਂਡ ਇੰਡੀਆ। ਇੰਡੀਆ ਲਈ ਕਿਉਂ? ਕਿਉਂਕਿ ਸਾਊਥ ਏਸ਼ੀਅਨ ਰੀਜਨ ਵਿੱਚ ਚਾਈਨਾ ਡਸ ਨਾਟ ਵਾਂਟ ਇੰਡੀਆ ਟੂ ਟੇਕ ਐਨੀ ਪੋਜੀਸ਼ਨ, ਰਾਦਰ ਇਟ ਵਾਂਟਸ ਟੂ ਸਬਡਿਊ ਇੰਡੀਆ। ਐਵੇਂ ਹੀ ਗਲੋਬਲ ਲੈਵਲ ਤੇ ਇਟ ਇਜ਼ ਐਸਪਾਇਰਿੰਗ ਟੂ ਬੀ ਦ ਪ੍ਰਾਈਮ ਮੋਸਟ ਸੁਪਰ ਪਾਵਰ ਐਂਡ ਚੈਲੰਜਿੰਗ ਦੀ ਪੋਜੀਸ਼ਨ ਆਫ ਇੰਡੀਆ, USA ਸੌਰੀ, ਰਾਈਟ? ਸੋ ਇਸ ਤਰੀਕੇ ਨਾਲ ਇਧਰੋਂ US ਤੇ ਇਧਰੋਂ ਇੰਡੀਆ ਦੇ ਇੰਟਰਸਟ ਜਿਹੜੇ ਆ ਕਨਵਰਜ ਕਰ ਰਹੇ ਆ, ਨਾਟ ਜਸਟ ਵਿਦ ਰਿਗਾਰਡ ਟੂ ਚਾਈਨਾ, ਵਿਦ ਰਿਗਾਰਡ ਟੂ ਟ੍ਰੇਡ ਔਰ ਇਕਨੋਮਿਕ ਮੈਟਰਸ, ਵਿਦ ਰਿਗਾਰਡ ਟੂ ਡਿਫੈਂਸ ਮੈਟਰਸ। USA ਨੂੰ ਬਿਜ਼ਨਸ ਚਾਹੀਦਾ, ਇੰਡੀਆ ਨੂੰ ਟੈਕਨੋਲੋਜੀ ਚਾਹੀਦੀ ਹੈ। ਅਗੇਨ ਦੇਅਰ ਦ ਇੰਟਰਸਟਸ ਆਰ ਕਨਵਰਜਿੰਗ। ਸੋ ਡਿਫਰੈਂਟ ਵੇਜ਼ 'ਚ ਸਾਡੇ ਇੰਟਰਸਟਸ ਕਨਵਰਜ ਹੋ ਰਹੇ ਹੈ। ਸਿਕਿਉਰਿਟੀ ਦੇ ਸੈਕਟਰ 'ਚ ਵੀ ਤੁਸੀਂ ਕਹਿ ਸਕਦੇ ਹੋ ਦੋਨੋਂ ਹੀ ਕੰਟਰੀਜ਼ ਟੈਰਰਿਜ਼ਮ ਨਾਲ ਇਫੈਕਟਡ ਨੇ, ਰਾਈਟ? ਸੋ
ਇਸ partnership ਨੂੰ that the countries are coming close to each other because several areas of their interests are converging and they want to cooperate on all these areas of you know all these areas they want to cooperate in. That is what is strategic partnership in the sense. ठीक है जी। ਅੱਜ ਕੱਲ੍ਹ ਕਿਆ ਹੋ ਗਿਆ ਹੈ ਕਿ ਹਰ ਕੰਟਰੀ ਹੈ ਦੂਸਰੇ ਕੰਟਰੀ ਨੂੰ ਸਿਗਨੀਫੀਕੈਂਸ ਦੇਣ ਲਈ ਸ਼ੋਅ ਕਰਨ ਲਈ ਕਿ ਅਸੀਂ ਤੁਹਾਨੂੰ ਮਹੱਤਵ ਦਿੰਦੇ ਹਾਂ ਸਟ੍ਰੈਟੇਜਿਕ ਪਾਰਟਨਰਸ਼ਿਪ ਦਾ ਟਾਈਟਲ ਦੇਈ ਜਾਂਦੇ ਨੇ। ਜਿਵੇਂ ਕਿ ਤੁਸੀਂ ਦੇਖੋ ਪਹਿਲਾਂ ਤੁਹਾਡਾ ਬੈਸਟ ਫਰੈਂਡ ਇੱਕ ਹੁੰਦਾ ਸੀ ਬਟ ਅੱਜ ਕੱਲ੍ਹ ਤੁਸੀਂ ਕਿਸੇ ਨੂੰ ਨਾਰਾਜ਼ ਨਹੀਂ ਕਰਨਾ ਚਾਹੁੰਦੇ ਤਾਂ ਤੁਸੀਂ ਸਭ ਨੂੰ ਕਹਿੰਦੇ ਹੋ ਸਭ ਦੇ ਸਾਹਮਣੇ ਕਿ ਇਹ ਵੀ ਮੇਰਾ ਬੈਸਟ ਫਰੈਂਡ ਹੈ ਇਹ ਵੀ ਮੇਰਾ ਬੈਸਟ ਫਰੈਂਡ ਇਹ ਵੀ ਮੇਰਾ ਬੈਸਟ ਫਰੈਂਡ ਹੈ ਰਾਈਟ। ਦਿਸ ਇਜ਼ ਕਾਈਂਡ ਆਫ ਦੈਟ ਸਿਚੁਏਸ਼ਨ। ਬੈਸਟ ਫਰੈਂਡ ਬਣਿਆ ਸੀ ਇੱਕ ਬੰਦੇ ਨੂੰ ਹੀ ਟਾਈਟਲ ਦੇਣ ਲਈ ਜਿਹੜਾ ਕਿ ਤੁਹਾਡੇ ਇੰਟਰਸਟ ਤੁਹਾਡੇ ਇਮੋਸ਼ਨਲ ਇੰਟਰਸਟ ਤੁਹਾਡੇ ਡਿਫਰੈਂਟ ਟਾਈਪ ਆਫ ਇੰਟਰਸਟ ਨੂੰ ਤੁਹਾਡਾ ਖਿਆਲ ਰੱਖਦਾ ਤੁਹਾਡੀ ਜ਼ਰੂਰਤਾਂ ਦਾ ਖਿਆਲ ਰੱਖਦਾ ਤੁਸੀਂ ਇੱਕ ਦੂਸਰੇ ਲਈ ਮਿਊਚੁਅਲੀ ਕੰਮ ਕਰ ਰਹੇ ਹੋ ਤੁਹਾਡੇ ਇੰਟਰਸਟ ਵੀ ਕਨਵਰਜ ਕਰਦੇ ਨੇ ਰਾਈਟ। ਬਟ ਨਾਓ ਇਨ ਪ੍ਰੈਸ਼ਰ ਸੋਸ਼ਲ ਪ੍ਰੈਸ਼ਰ ਜਾਂ ਜੋ ਵੀ ਕਹਿ ਦੋ ਕਿ ਤੁਸੀਂ ਆਪਦੇ ਦੂਸਰੇ ਦੋਸਤਾਂ ਨੂੰ ਵੀ ਮਹੱਤਵਤਾ ਦਿੰਦੇ ਹੋ ਬਟ ਤੁਸੀਂ ਉਹਨਾਂ ਨੂੰ ਨਾਰਾਜ਼ ਨਹੀਂ ਕਰਨਾ ਚਾਹੁੰਦੇ ਤਾਂ ਇਸ ਲਈ ਉਹਨਾਂ ਨੂੰ ਟਾਈਟਲਿੰਗ ਇਹ ਹੁਣ ਟਾਈਟਲ ਬਣ ਕੇ ਰਹਿ ਗਿਆ ਆਲਦੋ ਬਟ ਇਹਦਾ ਐਕਚੁਅਲ ਮੀਨਿੰਗ ਸਟ੍ਰੈਟੇਜਿਕ ਪਾਰਟਨਰਸ਼ਿਪ ਦਾ ਕਾਫੀ ਸਿਗਨੀਫੀਕੈਂਟ ਸੀ ਤਾਂ ਅੱਜ ਵੀ ਜਦੋਂ ਦੇਖਿਆ ਜਾਂਦਾ ਹੈ ਤਾਂ ਇਹਨੂੰ ਸਿਗਨੀਫੀਕੈਂਟਲੀ ਦੇਖਿਆ ਜਾ ਰਿਹਾ ਹੈ ਬਟ ਇਹਦਾ ਮੀਨਿੰਗ ਥੋੜਾ ਡਾਇਲਿਊਟ ਹੋ ਗਿਆ ਹੈ ਦੈਨ ਵਾਟ ਇਟ ਵਾਜ਼ ਇਨ ਦ ਬਿਗਨਿੰਗ ਰਾਈਟ। ਦੈਟ ਇਜ਼ ਵਾਟ ਆਈ ਐਮ ਟਰਾਈਂਗ ਟੂ ਟੈਲ ਯੂ ਕਿਉਂਕਿ ਤੁਸੀਂ ਸਮਝ ਸਕਦੇ ਹੋ ਨਾ ਕਿ ਤੁਸੀਂ ਸੋਚੋਗੇ ਕਿ ਹਰ ਕਿਸੇ ਨਾਲ ਹੀ ਸਟ੍ਰੈਟੇਜਿਕ ਪਾਰਟਨਰਸ਼ਿਪ ਕਰੀ ਜਾਂਦੇ ਆ ਜੀ ਸਾਰਿਆਂ ਨਾਲ ਹੀ ਆਪਣੇ ਇੰਟਰਸਟ ਕਨਵਰਜ ਕਰਦੇ ਹੈ ਤਾਂ ਇਹਦਾ ਮਹੱਤਵ ਹੀ ਕੀ ਰਹਿ ਗਿਆ। ਸੋ ਦੈਟ ਇਜ਼ ਵਾਟ ਆਈ ਐਮ ਟਰਾਈਂਗ ਟੂ ਐਕਸਪਲੇਨ ਕਿ ਹਾਂ ਬਿਕੋਜ਼ ਹਰ ਕਿਸੇ ਨੂੰ ਇਹ ਟਾਈਟਲ ਦਿੱਤਾ ਜਾ ਰਿਹਾ ਤਾਂ ਇਸ ਲਈ ਇਹ ਮਹੱਤਵ ਜਿਹੜਾ ਹੈ ਇਹਦਾ ਘੱਟ ਹੁੰਦਾ ਲੱਗ ਰਿਹਾ ਹੈ ਬਟ ਇਹਦਾ ਮਤਲਬ ਇਹੀ ਹੈ ਕਿ ਅਸੀਂ ਇਹ ਕੰਟਰੀ ਨੂੰ ਇੰਪੋਰਟੈਂਸ ਦਿੰਨੇ ਹੈ ਸਾਨੂੰ ਇਹ ਕੰਟਰੀ ਆਪਦੇ ਇੰਟਰਸਟ ਲਈ ਇੰਪੋਰਟੈਂਟ ਹੈ ਇਸੇ ਲਈ ਅਸੀਂ ਇਹ ਟਾਈਟਲ ਦੇ ਰਹੇ ਹਾਂ ਰਾਈਟ। ਥਰਡ ਪੁਆਇੰਟ ਹੈ ਵੈਰੀ ਇੰਪੋਰਟੈਂਟ ਪੁਆਇੰਟ ਇਜਿਪਟ ਨੇ ਆਪਦਾ ਹਾਈਐਸਟ ਸਿਵਿਲੀਅਨ ਆਰਡਰ ਜਾਂ ਅਵਾਰਡ ਦਿੱਤਾ ਹੈ ਪ੍ਰਾਈਮ ਮਿਨਿਸਟਰ ਮੋਦੀ ਨੂੰ ਜਿਹਦਾ ਨਾਮ ਹੈ ਆਰਡਰ ਆਫ ਨਾਈਲ। ਇਹ ਪ੍ਰੀਲਿਮਸ ਲਈ ਵੀ ਯਾਦ ਰੱਖੋ ਪ੍ਰੀਲਿਮਸ 'ਚ ਵੀ ਇਹ ਤੇ ਕੁਐਸਚਨ ਆ ਸਕਦਾ ਹੈ ਮੇਨਸ 'ਚ ਵੀ ਆਨਸਰ ਤੁਸੀਂ ਮੈਂਸ਼ਨ ਕਰ ਸਕਦੇ ਹੋ ਰਾਈਟ। ਫੋਰਥ ਵੈਰੀ ਇੰਪੋਰਟੈਂਟ ਡਿਵੈਲਪਮੈਂਟ ਹੈ ਦੇਖੋ ਇਜਿਪਟ ਨੇ ਆਪਦੀ ਕੈਬਨਿਟ ਵਿੱਚ ਸਪੈਸ਼ਲ ਇੰਡੀਆ ਯੂਨਿਟ ਬਣਾਇਆ ਹੋਇਆ ਹੈ ਕਹਿਣ ਦਾ ਮਤਲਬ ਹੈ ਕਿ ਕੁਝ ਇਹਨਾਂ ਦੇ ਕੈਬਨਿਟ ਮਿਨਿਸਟਰਸ ਹੋਣਗੇ ਜਿਹੜੇ ਕਿ ਇੰਡੀਆ ਤੇ ਬੈਠ ਕੇ ਇੰਡੀਆ ਨਾਲ ਰਿਲੇਸ਼ਨਸ ਕਿਵੇਂ ਇੰਪਰੂਵ ਕਰਨੇ ਹੈ ਟ੍ਰੇਡ ਕਿਵੇਂ ਇੰਪਰੂਵ ਕਰਨੇ ਹੈ ਜਾਂ ਅਦਰ ਕਾਈਂਡ ਆਫ ਟਾਈਜ਼ ਕਿਵੇਂ ਇੰਪਰੂਵ ਕਰਨੇ ਹੈ ਉਸ ਤੇ ਬੈਠ ਕੇ ਐਡਵਾਈਜ਼ਰੀ ਡਿਸੀਜਨਸ ਲੈਂਦੇ ਹੋਣਗੇ। ਦੈਟ ਇਜ਼ ਵਾਈ ਇਹਨਾਂ ਨੇ ਇੱਕ ਸਪੈਸ਼ਲ ਇੰਡੀਆ ਯੂਨਿਟ ਇਸੇ ਸਾਲ ਇਜਿਪਟ ਦੀ ਕੈਬਨਿਟ 'ਚ ਬਣਿਆ ਹੈ। ਦਿਸ ਇਜ਼ ਅ ਵੈਰੀ ਸਿਗਨੀਫਿਕੈਂਟ ਡਿਵੈਲਪਮੈਂਟ। ਤੁਸੀਂ ਖੁਦ ਸੋਚੋ ਕਿ ਤੁਹਾਡੀ ਇੰਡੀਅਨ ਕੈਬਨਿਟ ਵਿੱਚ ਜਿੱਥੇ ਮਿਨਿਸਟਰਸ ਆਪਣੀ ਸਾਰੀ ਵੱਡੀ ਪਾਲਿਸੀਜ਼ ਤੇ ਡਿਸੀਜਨਸ ਲੈ ਰਹੇ ਨੇ ਪੂਰੇ ਇੰਡੀਆ ਲਈ ਡਿਸੀਜਨ ਬਣਾ ਰਹੇ ਨੇ ਉੱਥੇ ਆਪਾਂ ਇੱਕ ਸਪੈਸ਼ਲ ਇਜਿਪਟ ਲਈ ਯੂਨਿਟ ਬਣਾ ਦਈਏ ਕਿ ਇਜਿਪਟ ਨਾਲ ਸਾਡੇ ਟਾਈ ਸਟਰੋਂਗ ਕਰਨ ਲਈ ਟ੍ਰੇਡ ਸਟਰੋਂਗ ਕਰਨ ਲਈ ਅਸੀਂ ਸਪੈਸ਼ਲ ਯੂਨਿਟ ਬਣਾ ਰਿਹਾ ਹੈ ਜਿੱਥੇ ਸਾਡੇ ਮਿਨਿਸਟਰਸ ਡੈਡੀਕੇਟਲੀ ਬੈਠ ਕੇ ਇਜਿਪਟ ਨਾਲ ਰਿਲੇਟਡ ਫੈਸਲੇ ਲੈਣਗੇ। ਸੋ that kind of India unit they have established which is a very significant development that means Egypt India ਦੇ ਟਾਈਜ਼ ਨਾਲ ਆਪਦੇ ਬਹੁਤ ਜ਼ਿਆਦਾ ਸਿਗਨੀਫੀਕੈਂਸ ਲੈ ਕਰ ਰਿਹਾ ਹੈ right। Finally security sector ਚ ਵੀ ਦੋਨੋਂ ਹੀ countries they are discussing cooperation to counter extremism radicalization ਠੀਕ ਹੈ ਜੀ terrorism ਜਿਹੇ ਜੀ ਕੱਟੜਪੰਥਾ terrorism ਇਹਨੂੰ fight ਕਰਨ ਲਈ ਵੀ ਦੋਨੋਂ countries ਆਪਦੀਆਂ intention show ਕਰ ਰਹੀਆਂ ਹੈ ਕੋਈ concrete agreement ਤਾਂ ਨਹੀਂ ਹੈ but focus area ਹੈ right। These are the different facets of the bilateral relation ਜਿਹੜੇ ਕਿ MOU ਇਸ visit ਚ ਸਾਈਨ ਹੋਏ ਨੇ 3 MOUs ਨੇ ਐਗਰੀਕਲਚਰ ਆਰਕੀਓਲੋਜੀ ਐਂਟੀਕੁਇਟੀਜ਼ ਦੇ ਸੈਕਟਰ ਚ ਇਹ ਕਰਕੇ ਯਾਦ ਕਰ ਸਕਦੇ ਹੋ ਦਿਸ ਇਜ਼ ਹਾਊ ਯੂ ਕੈਨ ਰਿਮੈਂਬਰ ਇਟ ਰਾਈਟ ਐਗਰੀਕਲਚਰ ਆਰਕੀਓਲੋਜੀ ਐਂਟੀਕੁਇਟੀਜ਼ ਐਂਡ ਕੰਪੀਟੀਸ਼ਨ ਲਾ ਰਾਈਟ। ਠੀਕ ਹੈ ਜੀ ਦਿਸ ਇਜ਼ what is important for you। ਇਹ ਦੇਖੋ ਇਹ ਬਾਕੀ ਸਾਰੇ ਅਵਾਰਡਸ ਦੇ ਨਾਮ ਹੈ ਜਿਹੜੇ ਦੂਸਰੀ ਕੰਟਰੀਜ਼ ਨੇ ਆਪਦੇ ਹਾਈਐਸਟ ਸਿਵਿਲੀਅਨ ਅਵਾਰਡਸ ਜਿਹੜੇ ਮੋਦੀ ਜੀ ਨੂੰ ਦਿੱਤੇ ਐ ਸਿੰਸ ਹੀ ਕੇਮ ਟੂ ਪਾਵਰ ਇਹ ਉਹਨਾਂ ਦੇ ਨਾਮ ਲਿਖੇ ਹੋਏ ਆ ਯੂ ਕੈਨ ਜਸਟ ਸਕਿਮ ਥਰੂ ਇਟ ਆਲਦੋ ਇੰਨੇ ਇੰਪੋਰਟੈਂਟ ਤਾਂ ਹੈ ਨਹੀਂ ਜਿਹੜਾ ਲੇਟੈਸਟ ਨਿਊਜ਼ 'ਚ ਹੈ ਉਹ ਇੰਪੋਰਟੈਂਟ ਹੈ ਬਟ ਆਪਾਂ ਪਿਛਲੇ ਮਹੀਨੇ ਵੀ 2 ਅਵਾਰਡਸ ਡਿਸਕਸ ਕੀਤੇ ਸੀ ਉਹਨਾਂ ਨੂੰ ਯਾਦ ਰੱਖੋ ਆਈ ਥਿੰਕ ਪਪਾ ਨਿਊ ਗਿਨੀ ਤੇ ਫਿਜੀ ਵਾਲਾ ਹੀ ਡਿਸਕਸ ਕੀਤਾ ਸੀ ਆਈ ਐਮ ਨਾਟ ਸ਼ੋਰ ਬਟ ਇਹ ਸ਼ਾਇਦ ਆਪਾਂ ਡਿਸਕਸ ਕੀਤੇ ਸੀ ਤੁਸੀਂ ਰਿਵੀਜ਼ਨ ਕਰਨੀ ਹੈ ਦੇਖੋ ਮੇਰੀ ਤਾਂ ਰਿਵੀਜ਼ਨ ਦੀ ਲੋੜ ਨਹੀਂ ਇਸ ਲਈ ਆਈ ਐਮ ਨਾਟ ਰਿਵਾਈਜ਼ਿੰਗ I don't remember it you should know ਕਿ ਕਿਹੜਾ ਆਪਾਂ ਡਿਸਕਸ ਕੀਤਾ ਸੀ ਉਹੀ ਲਿਸਟ ਵਿੱਚ ਇਹ ਆਰਡਰ ਆਫ ਨਾਈਲ ਵੀ ਐਡ ਕਰ ਲਿਓ ਤਾਂ ਲੇਟੈਸਟ ਵਾਲੇ ਜ਼ਿਆਦਾ ਇੰਪੋਰਟੈਂਟ ਹੈ ਜਿਹੜੇ ਪੁਰਾਣੇ ਟਾਈਮ ਤੇ ਮਿਲੇ ਹੈ ਉਹ ਹੁਣ ਇੰਨੇ ਇੰਪੋਰਟੈਂਟ ਨਹੀਂ ਹੈ ਬਟ ਯੂ ਕੈਨ ਜਸਟ ਸੀ ਥਰੂ ਕਿ ਕਿਹੜੀ ਕਿਹੜੀ ਕੰਟਰੀ ਨੇ ਇੰਨਾ ਸਿਗਨੀਫੀਕੈਂਸ ਦਿੱਤਾ ਹੈ ਮੋਦੀ ਜੀ ਨੂੰ ਰਾਈਟ।
नेक्स्ट है केरला बेस्ड स्टार्टअप गो ईसी इकोटेक अनाउंसेस इंस्टॉलेशन ऑफ चार्जिंग स्टेशंस। राइट, हुण देखो ई व्हीकल्स जेड़ा बहुत इंपॉर्टेंट टॉपिक्स है, do make a detailed notes on this topic. This can be asked directly in science and technology or economy part, or even an essay can be asked on electric vehicles, right? So this is quite an important topic. You need detailed notes on this topic. तो देखो ई व्हीकल्स ਆਪਾਂ कहने ਤਾਂ ਰਹਿੰਦੇ ਆ ਕਿ ਕਾਫੀ ਇਨਵਾਇਰਨਮੈਂਟ ਫ੍ਰੈਂਡਲੀ ਹੈ, ਸੋ दैट इज वाई वी आर पुशिंग ई व्हीकल्स। बट ई व्हीकल्स ਦਾ ਬਹੁਤ ਵੱਡਾ ਇੱਕ ਚੈਲੰਜ ਹੈ, दैट इज ਚਾਰजिंग ਸਟੇਸ਼ਨਸ। ਤੁਸੀਂ ਦੇਖੋ ਕਿ ਪੂਰੇ ਇੰਡੀਆ 'ਚ ਹੀ ਬਹੁਤ ਹੀ ਲਿਮਿਟਿਡ ਨੰਬਰ ਆਫ ਚਾਰजिंग ਸਟੇਸ਼ਨਸ ਹੈਗੇ ਨੇ। ਸੋ ਪੈਟਰੋਲ ਪੰਪ ਦੇਖੋ, ਤੁਸੀਂ ਚੰਡੀਗੜ੍ਹ ਦੇ ਹਰ ਸੈਕਟਰ ਵਿੱਚ ਪੈਟਰੋਲ ਪੰਪ ਦੇਖੋਗੇ, ਬਟ ई व्हीकल्स कैन यू सी द चार्जिंग स्टेशन एवरीवेयर, राइट? सो दैट इज द लिमिटेशन। अगर ਤੁਸੀਂ ਲੋਕਾਂ ਨੂੰ ਕਹਿ ਰਹੇ ਹੋ ਕਿ ई व्हीकल्स ਖਰੀਦੋ, then you need to provide charging stations also। ਲੋਕ ਪੈਟਰੋਲ ई व्हीकल ਦਾ ਯਾਨੀ ਕਿ ਇਹਨੂੰ ਚਾਰਜ ਕਿੱਥੇ ਕਰਨਗੇ if there are no ਸਫੀਸ਼ੀਐਂਟ ਚਾਰजिंग ਸਟੇਸ਼ਨ? ਕਿੱਥੇ ਤੁਹਾਨੂੰ 10-15 ਕਿਲੋਮੀਟਰ ਜਾਣਾ ਪੈ ਰਿਹਾ ਹੈ ਚਾਰਜ ਕਰਨ ਲਈ, right? So charging stations is a very big challenge in promoting e-vehicles and taking them forward. So this startup is announcing installation of new charging stations all over India। ਤਾਂ ਇਹ ਕਾਫੀ ਇੰਪੋਰਟੈਂਟ ਬਣ ਜਾਂਦੀ ਹੈ ਨਿਊਜ਼। ਸੋ ਹੇਅਰ मैं एक्चुअली ये टॉपिक इंट्रोड्यूस किया है टू टेल यू दैट ई व्हीकल्स इज वेरी इंपॉर्टेंट एंड दैट absence of adequate number of charging stations is the main challenge of this area that we are trying to push as a country, right? फेम मिशन भी बहुत इंपॉर्टेंट इस विच चल रहा है, दैट इज ऑल्सो इंपॉर्टेंट फॉर यू। फेम 2 हुन रिलीज हो गया है, प्लीज गो थ्रू दिस ऑल्सो, वेरी इंपॉर्टेंट टॉपिक्स फॉर योर एग्जामिनेशन परस्पेक्टिव। अगर तुसी चंडीगढ़ च रहने हो तो तुसी बहुत सारी पब्लिक बसेस ते भी लिखा देखा होना है फेम 2। Actually those buses are these green buses, right, running under FAME 2 program। Final topic, India in bilateral talks with Brazil to resolve sugar dispute at WTO। ठीक है जी, WTO बहुत ही important ਤੁਹਾਡਾ institution है, right? Briefly I'll discuss, you can read all the details I have given here, right? WTO क्या है? देखो WTO is an international organization that was basically set up to facilitate international trade, to define the rules of international trade, to resolve disputes between countries on international level with regard to trade। ठीक है, मतलब इंटरनेशनल ट्रेड ਨੂੰ ਪ੍ਰਮੋਟ ਕਰਨ ਲਈ ਹਰ ਚੀਜ਼ ਇਹ ਕਰਨਗੇ, ਰੂਲਸ ਬਣਾਉਣਗੇ, ਡਿਸਪਿਊਟ ਰਿਜ਼ੋਲਵ ਕਰਨਗੇ, ਆਰਬਿਟ੍ਰੇਸ਼ਨ ਕਰਨਗੇ, everything of that sort they will do to basically promote international trade। ठीक है, अगर ਤੁਸੀਂ ਇਹਦਾ ਬੈਕਗਰਾਉਂਡ ਦੇਖੋ, 1947 ਵਿੱਚ there was a GATT agreement that was signed, that is General Agreement on Tariffs and Trade। ਇੱਕ general agreement sign ਕੀਤਾ ਗਿਆ ਸੀ to reduce trade barriers and promote international trade, right? ਹੁਣ ਦੇਖੋ ਕੋਈ particular institution ਇਸ time ਤੇ ਨਹੀਂ ਸੈਟਅਪ ਕੀਤਾ ਗਿਆ ਸੀ, just ਇੱਕ agreement sign ਕੀਤਾ ਗਿਆ ਸੀ all the international powers ਦੁਆਰਾ that we will try to facilitate trade, we will reduce the barriers to the trade। ठीक है, कोई specific institutions या body हजे तक नहीं establish ਕੀਤੀ ਗਈ ਸੀ, and since then itself it was felt that we need a dedicated body that can actually facilitate international trade and reduce international trade barriers, right? so ਇਹ ਦੇਖੋ ਇਹ ਜਿਹੜਾ agreement ਹੈ ਇਸ ਦਾ ਵੱਧਦਾ 8 ਰਾਉਂਡਸ ਦਾ ਕਰ ਗਿਆ, but then ਇਹਦੇ ਉਰਗਵੇ ਰਾਉਂਡ ਵਿੱਚ ਜਿਹੜਾ ਕਿ 1987 ਤੋਂ 1994 ਤੱਕ ਚੱਲਿਆ, ਇਸ 'ਚ ਇਹ ਫੀਲ ਕੀਤਾ ਗਿਆ ਕੰਟਰੀਜ਼ ਦੁਆਰਾ ਕਿ ਸਾਨੂੰ ਹੁਣ ਇੱਕ ਡੈਡੀਕੇਟਿਡ ਇੰਸਟੀਟਿਊਸ਼ਨ ਸੈਟਅਪ ਕਰ ਦੇਣਾ ਚਾਹੀਦਾ ਹੈ ਜਿਹੜਾ ਕਿ ਵਰਲਡ ਟ੍ਰੇਡ ਨੂੰ, ਇੰਟਰਨੈਸ਼ਨਲ ਟ੍ਰੇਡ ਨੂੰ ਪ੍ਰਮੋਟ ਕਰੇਗਾ, ਰਾਈਟ? ਤਾਂ ਉਦੋਂ ਕੰਟਰੀਜ਼ ਨੇ ਮਿਲ ਕੇ ਮਾਰਾਕੇਸ਼ ਅਗਰੀਮੈਂਟ ਸਾਈਨ ਕੀਤਾ 1994 ਦੇ ਵਿੱਚ, and then WTO was established। ठीक है जी, so GATT resulted in Uruguay discussions। rounds कुछ नहीं सी ਇਹਦੇ discussions ਹੀ ਹੁੰਦੀਆਂ ਰਹਿੰਦੀਆਂ ਸੀ, different set of discussions to reduce trade barriers in different manners। ठीक है जी, ਇਸੇ ਹੀ ਰਾਉਂਡ ਵਿੱਚ ਡਿਸਕਸ਼ਨ ਕਰਦੇ ਕਰਦੇ ਕੰਟਰੀਜ਼ ਨੇ ਮਾਰਾਕੇਸ਼ ਅਗਰੀਮੈਂਟ ਸਾਈਨ ਕੀਤਾ which led to the establishment of WTO। ਠੀਕ ਹੈ ਜੀ, ਹੁਣ ਤੁਹਾਡਾ WTO ਕਿਆ ਹੈ? ਇੰਟਰਨੈਸ਼ਨਲ ਟ੍ਰੇਡ ਦੇ ਰੂਲਸ ਐਸਟੈਬਲਿਸ਼ ਕਰਦਾ ਹੈ, ਟ੍ਰੇਡ ਬੈਰੀਅਰਸ ਜਿਹੜੇ ਆ ਉਹਨਾਂ ਨੂੰ ਲੋ ਕਰਦਾ ਹੈ, ਪੂਰੀ ਦੁਨੀਆ ਵਿੱਚ ਟ੍ਰੇਡ ਨੂੰ ਪ੍ਰਮੋਟ ਕਰਨ ਲਈ ਇਹ ਡਿਫਰੈਂਟ ਇਨੀਸ਼ੀਏਟਿਵਸ ਜਾਂ ਅਗਰੀਮੈਂਟਸ ਜਿਹੜੇ ਹੈ ਸਾਈਨ ਕਰਵਾਉਂਦਾ ਹੈ ਕੰਟਰੀਜ਼ ਤੋਂ।
ठीक है। तो ਇਹਦੇ ਕਾਫੀ ਸਾਰੇ ਰੂਲਸ ਐਂਡ ਸਿਗਨੀਫੀਕੈਂਸ ਹੈ। ਬੇਸਿਕ ਰੂਲ ਇਹੀ ਹੈ ਕਿ ਇੰਟਰਨੈਸ਼ਨਲ ਟ੍ਰੇਡ ਨੂੰ ਵਧਾਏ ਜਾਵੇ, ਜਿੰਨੀ ਵੀ ਲਿਮਿਟੇਸ਼ਨਸ ਹੈ, ਟੈਕਸਿਸ ਬੈਰੀਅਰਸ, ਨॉन ਟੈਕਸ ਬੈਰੀਅਰਸ, ਉਹਨਾਂ ਸਭ ਨੂੰ ਘਟਾਇਆ ਜਾਵੇ। ठीक है। So it helps in lowering trade, it helps in lowering the cost of production by reducing these, making the imports and exports cheaper। ठीक है जी। stimulates economic growth and employment, ਜਿੰਨਾ ਜ਼ਿਆਦਾ trade ਵਧੇਗਾ ਉਨੀ ਜ਼ਿਆਦਾ production ਵੱਧ ਪਾਵੇਗੀ, ਉਨਾ ਜ਼ਿਆਦਾ manufacturing ਵਧੇਗੀ, and manufacturing ਵਧੇਗੀ ਮਤਲਬ jobs ਵਧਣਗੀਆਂ, right। international level ਤੇ good governance, ਇਹ ਇੰਟਰਨੈਸ਼ਨਲ ਟ੍ਰੇਡ ਵਿੱਚ ਗੁੱਡ ਗਵਰਨੈਂਸ ਨੂੰ ਵੀ ਪ੍ਰਮੋਟ ਕਰਦਾ ਹੈ, ਤਾਂ ਕਿ ਚੀਟਿੰਗ ਨਾ ਹੋ, ਬਾਇਸਿਸ ਨਾ ਹੋਣ, ਲੈਵਲ ਪਲੇਇੰਗ ਫੀਲਡ ਹਰ ਕੰਟਰੀ ਨੂੰ, ਛੋਟੀ ਵੱਡੀ ਕੰਟਰੀ ਨੂੰ ਮਿਲੇ ਇੰਟਰਨੈਸ਼ਨਲ ਟ੍ਰੇਡ ਵਿੱਚ, ਰਾਈਟ। ਛੋਟੀ ਕੰਟਰੀਜ਼ ਨੂੰ ਡਿਵੈਲਪ ਕਰਨ ਲਈ ਡਿਫਰੈਂਟ ਪ੍ਰੋਵੀਜ਼ਨਸ ਵੀ ਇਹ ਬਣਾਉਂਦਾ ਹੈ, ਵੀਕ ਕੰਟਰੀਜ਼ ਨੂੰ ਸਟਰੋਂਗਰ ਵੌਇਸ ਵੀ ਦਿੰਦਾ ਹੈ, ਰਾਈਟ। ਤੁਸੀਂ ਥੋੜਾ ਇਹਦੇ ਬਾਰੇ ਡਿਟੇਲ ਚ ਪੜੋਗੇ, ਤੁਹਾਨੂੰ ਇਹਨਾਂ ਦੀ ਐਗਜ਼ਾਮਪਲਸ ਵੀ ਮਿਲ ਜਾਣਗੀਆਂ, ਹਾਊ ਇਟ ਇਜ਼ ਹੈਲਪਿੰਗ ਦ ਵੀਕਰ ਕੰਟਰੀਜ਼, ਰਾਈਟ। ਓਵਰਆਲ ਇਹ ਪੂਰੇ ਵਰਲਡ ਵਿੱਚ ਪੀਸ ਐਂਡ ਸਟੈਬਿਲਿਟੀ ਪ੍ਰੋਵਾਈਡ ਕਰ ਰਿਹਾ ਹੈ। ਪੈਸਾ ਦੇਖੋ ਸਾਰੀ ਲੜਾਈ ਦਾ ਕਾਰਨ ਹੁੰਦਾ ਹੈ, ਅਗਰ ਇੰਟਰਨੈਸ਼ਨਲ ਟ੍ਰੇਡ ਨੂੰ ਰੈਗੂਲੇਟ ਕਰਨ ਲਈ ਇਹ ਬੋਡੀ ਬੈਠੀ ਹੈ ਤਾਂ ਇਟ ਵਿਲ ਆਲਸੋ ਟਰਾਈ ਟੂ ਰਿਜ਼ੋਲਵ ਡਿਸਪਿਊਟ ਐਂਡ ਇਨਸ਼ੋਰ ਪੀਸ ਐਂਡ ਸਟੈਬਿਲਿਟੀ, ਤਾਂ ਕਿ ਕੰਟਰੀਜ਼ ਭਿੜ ਨਾ ਜਾਣ ਇਕਨੋਮਿਕ ਬੇਸਿਸ ਤੇ, ਰਾਈਟ। ਤਾਂ ਹੁਣ ਲੇਟੈਸਟ ਨਿਊਜ਼ ਕੀ ਆਈ ਹੈ? ਲੇਟੈਸਟ ਨਿਊਜ਼ ਹੈ ਇੱਕ ਡਿਸਪਿਊਟ ਦੀ। ਦੇਖੋ ਸ਼ੂਗਰ ਦਾ ਸਾਰਿਆਂ ਨਾਲੋਂ ਲਾਰਜੈਸਟ ਪ੍ਰੋਡਿਊਸਰ ਦੁਨੀਆ ਵਿੱਚ ਕੌਣ ਹੈ? ਬ੍ਰਾਜ਼ੀਲ। ਸੈਕਿੰਡ ਲਾਰਜੈਸਟ ਪ੍ਰੋਡਿਊਸਰ ਕੌਣ ਹੈ? ਇੰਡੀਆ, ਰਾਈਟ। ਬ੍ਰਾਜ਼ੀਲ ਜਿਹੜਾ ਹੈ ਉਹ ਬਹੁਤ ਵੱਡਾ ਐਕਸਪੋਰਟਰ ਵੀ ਹੈ, ਲਾਰਜੈਸਟ ਐਕਸਪੋਰਟਰ ਵੀ ਹੈ, ਲਾਰਜੈਸਟ ਪ੍ਰੋਡਿਊਸਰ ਤਾਂ ਹੈ, ਲਾਰਜੈਸਟ ਐਕਸਪੋਰਟਰ ਵੀ ਹੈ, ਰਾਈਟ। ਹੁਣ ਇੰਡੀਆ ਜਿਹੜਾ ਹੈ ਇਹਨੂੰ ਤਕੜਾ ਕੰਪੀਟੀਸ਼ਨ ਦਿੰਦਾ ਹੈ, ਠੀਕ ਹੈ। ਤਾਂ ਬ੍ਰਾਜ਼ੀਲ ਨੂੰ ਹੁਣ ਕੀ ਲੱਗ ਰਿਹਾ ਹੈ ਕਿ ਇੰਡੀਆ ਆਪਦੇ ਫਾਰਮਰਸ ਨੂੰ ਸਬਸਿਡੀਜ਼ ਵਗੈਰਾ ਦੇ ਕੇ, ਸਪੋਟ ਮੈਜਰਸ ਦੇ ਕੇ ਸ਼ੂਗਰ ਦਾ ਪ੍ਰਾਈਸ ਜਿਹੜਾ ਹੈ ਕਾਫੀ ਘਟਾ ਰਿਹਾ ਹੈ, ਜਿਹਦੇ ਕਰਕੇ ਬ੍ਰਾਜ਼ੀਲ ਨੂੰ ਔਖਾ ਹੁੰਦਾ ਹੈ, ਰਾਈਟ। ਸੋ ਬ੍ਰਾਜ਼ੀਲ ਨੇ ਹੁਣ WTO 'ਚ ਇਹ ਕੇਸ ਪਾਇਆ ਹੈ ਅਗੇਂਸਟ ਇੰਡੀਆ ਕਿ ਬਿਕੋਜ਼ ਆਫ ਦੀ ਸਪੋਰਟ ਮੈਜਰਸ ਗਿਵਨ ਬਾਈ ਇੰਡੀਅਨ ਗਵਰਨਮੈਂਟ ਬਿਯੋਂਡ ਦੀ ਪਰਮਿਸਿਬਲ ਲੈਵਲ। ਦੇਖੋ WTO ਵੀ ਅਲਾਉ ਕਰਦਾ ਹੈ, ਅਸੀਂ ਆਪਦੇ ਫਾਰਮਰਸ ਨੂੰ ਤਾਂ ਸਪੋਰਟ ਕਰਨਾ ਹੀ ਹੈ, ਤਾਂ ਕੁਛ ਲਿਮਿਟ ਤੱਕ ਤਾਂ ਅਲਾਉਡ ਹੈ, ਬਟ ਅਗਰ ਉਸ ਤੋਂ ਉਹ ਲਿਮਿਟ ਨੂੰ ਤੁਸੀਂ ਐਕਸੀਡ ਕਰਦੇ ਹੋ ਤਾਂ ਕੰਟਰੀਜ਼ ਕੇਸ ਪਾ ਸਕਦੀਆਂ ਹੈ, ਐਂਡ ਦੈਟ ਇਜ਼ ਵਾਟ ਬ੍ਰਾਜ਼ੀਲ ਇਜ਼ ਸੇਇੰਗ ਕਿ ਇਹਦਾ ਜਿਹੜਾ ਮਿਨੀਮਮ ਲੈਵਲ ਹੈ 10% ਦੇ ਅਰਾਊਂਡ ਆਪਾਂ ਸਪੋਰਟ ਦੇ ਸਕਦੇ ਹਾਂ ਫਾਰਮਰਸ ਨੂੰ, ਉਹ ਤੋਂ ਜ਼ਿਆਦਾ ਐਕਸੀਡ ਕਰ ਰਹੀ ਹੈ ਇੰਡੀਆ ਦੀ ਸਪੋਰਟ ਟੂ ਇਟਸ ਫਾਰਮਰਸ, ਐਂਡ ਦੈਟ ਇਜ਼ ਵਾਈ ਦੇ ਆਰ ਆਰਗਿਊਇੰਗ ਇਨ WTO ਕਿ ਇੰਡੀਆ ਨੂੰ ਕਹੋ ਕਿ ਇਹ ਜਿਹੜਾ ਸਪੋਰਟ ਮੈਜਰਸ ਹੈ ਉਹ ਘੱਟ ਕਰਨ, ਰਾਈਟ। ਨਾਓ ਇੰਡੀਆ ਬ੍ਰਾਜ਼ੀਲ ਇਹ ਇਸ਼ੂ ਨੂੰ ਬਾਇਲੇਟਰਲੀ ਰਿਜ਼ੋਲਵ ਕਰਨਾ ਚਾਹੁੰਦੇ ਨੇ, ਦੇ ਡੂ ਨਾਟ ਵਾਂਟ ਟੂ ਸਿਟ ਇਨ WTO ਐਂਡ ਟਾਕ। ਇਹਨਾਂ ਦੇ ਰਿਲੇਸ਼ਨ ਨੇ ਕਹਿ ਰਹੇ ਨੇ ਅੱਛੇ ਹੈ, ਆਪਾਂ ਇਕੱਠੇ ਬੈਠ ਕੇ ਹੀ ਗੱਲਬਾਤ ਕਰ ਲੈਂਦੇ ਹਾਂ, ਦੈਟ ਇਜ਼ ਵਾਟ ਇਜ਼ ਦ ਨਿਊਜ਼ ਆਲ ਅਬਾਊਟ, ਰਾਈਟ। ਤਾਂ ਤੁਸੀਂ ਇੱਥੋਂ ਕਿਆ ਕੱਢਣਾ ਹੈ? ਤੁਹਾਡੇ ਲਈ ਬੇਸਿਕਲੀ WTO ਸਾਰਾ ਤੁਹਾਡੇ ਨਾਲ ਹੋਣਾ ਚਾਹੀਦਾ ਹੈ। WTO ਦਾ ਸਟਰਕਚਰ, ਮਿਨਿਸਟੀਰੀਅਲ ਕਾਨਫਰੰਸ ਕਿਆ ਹੁੰਦੀ ਹੈ, ਜਨਰਲ ਕਾਉਂਸਲ ਕਿਆ ਹੁੰਦੀਆਂ ਹੈ, ਇਹਦੀ ਡਿਫਰੈਂਟ ਬਾਡੀਜ਼ ਕਿਆ ਹੈ, ਤਾਂ ਤੁਹਾਨੂੰ WTO ਦਾ ਸਾਰਾ ਪਤਾ ਹੋਣਾ ਚਾਹੀਦਾ ਹੈ ਇਸ ਨਿਊਜ਼ ਦੇ ਅਕੋਰਡਿੰਗ, ਐਂਡ ਦਿਸ ਐਜ਼ ਐਨ ਐਗਜ਼ਾਮਪਲ ਤੁਸੀਂ ਯੂਜ਼ ਕਰ ਸਕਦੇ ਹੋ ਕਿਤੇ ਨਾ ਕਿਤੇ, right। It helps in, ਜਿਵੇਂ ਅਗਰ ਤੁਸੀਂ ਲਿਖਣਾ ਹੈ WTO helps in resolving trade disputes, so you can mention the example of India Brazil dispute on sugar support mechanism, right, something like that। That is how you can use the current affairs in your answer, right। That is all for this video. If you have any doubts, any queries, if you want to discuss anything with me, you can just drop in a message WhatsApp at this number. I'll give you a dedicated time when you can call me. Please WhatsApp on this number. Avoid a direct call. Try to message me first to get a time, right? So that is how you can approach me. That is all for this video. Thank you so much for watching.